ਜਿਹੜਾ ਪੰਜਾਬ ਦਾ ਕਿਸਾਨ ਹੈ ਕਰਜ਼ੇ 'ਚ ਹੀ ਜੰਮਦਾ ਤੇ ਕਰਜ਼ੇ 'ਚ ਹੀ ਜਿਉਂਦਾ ਤੇ ਕਰਜ਼ੇ 'ਚ ਹੀ ਮਰ ਜਾਂਦਾ ਹੈ। ਕਰਜ਼ਾ ਸਾਡੇ ਤੇ ਉਦੋਂ ਵੀ ਸੀਗਾ, ਪਰ ਜਿਹੜੇ ਹੁਣ ਦਾ ਕਰਜ਼ਾ ਹੈਗਾ, ਜਿਹੜੀ ਹੁਣ ਦੀ ਕੰਡੀਸ਼ਨਸ ਆ ਉਹ ਐਦਾਂ ਦੀ ਕਿਉਂ ਹੋ ਗਈ ਹੈ, ਸਵਾਲ ਉਹ ਸਾਡੇ ਤੇ ਖੜਾ ਹੋ ਜਾਂਦਾ ਹੈ ਕਿ ਉਹ ਕਿਸਾਨ ਜਿਹੜਾ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਗਿਆ। ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਮਤਲਬ ਮੋਢੇ ਤੇ ਹੱਥ ਰੱਖ ਕੇ ਉਹਨੂੰ ਇੱਕ ਹੌਸਲਾ ਦਿੰਦੇ ਸੀਗੇ, ਕੋਈ ਗੱਲ ਨਹੀਂ ਮੁਸੀਬਤ ਹੈਗੀ, ਅਸੀਂ ਸਾਰੇ ਤੇਰੇ ਨਾਲ ਆ। ਪਰ ਜਿਹੜਾ ਅੱਜ ਦਾ ਮਾਹੌਲ ਹੈਗਾ ਉਹ ਇਹ ਹੈ ਕਿ ਸਾਡੇ ਵਿੱਚ ਆਪਸੀ ਮਤਲਬ ਜਿਹੜੇ ਧੜੇਬਾਜ਼ੀਆਂ ਜ਼ਿਆਦਾ ਬਣ ਗਈਆਂ। ਬੇਸ਼ੱਕ ਉਹ ਪੋਲੀਟੀਕਲ ਪਾਰਟੀਆਂ ਨੇ ਪਾਤੀਆਂ, ਮਤਲਬ ਸਾਡੇ ਪਿੰਡ ਡਿਵਾਈਡ ਕਰਤੇ ਉਹਨਾਂ ਨੇ। ਦੂਜੇ ਦੀ ਗੱਲ ਭਾਈ ਦੀ ਗੱਲ ਸੁਣਨ ਲਈ ਤਿਆਰ ਨਹੀਂ, ਪਰਿਵਾਰਾਂ ਦੇ ਵਿੱਚ ਗੱਲ ਸੁਣਨ ਲਈ ਤਿਆਰ ਨਹੀਂ। ਫਿਰ ਉਹ ਕਰਜ਼ੇ ਦਾ ਭਾਰ ਹੈ ਉਹ ਬਹੁਤ ਜ਼ਿਆਦਾ ਬੰਦੇ ਨੂੰ ਦੱਬ ਲੈਂਦਾ ਗਾ ਤੇ ਉਹ ਕਰਜ਼ੇ ਦਾ ਦੈਂਤ ਹੀ ਉਹ ਜਿਹੜਾ ਉਹਨਾਂ ਨੂੰ ਨਿਗਲਦਾ ਗਾ। ਇਸ ਲਈ ਜਿਹੜੀਆਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਨੇ, ਬੇਸ਼ੱਕ ਉਹ ਮਜ਼ਦੂਰਾਂ ਦੇ ਵਿੱਚ ਨੇ, ਬੇਸ਼ੱਕ ਉਹ ਕਿਸਾਨਾਂ ਦੇ ਵਿੱਚ ਨੇ, ਉਹ ਲਗਾਤਾਰ ਜਿਹੜੀਆਂ ਉਹ ਵੱਧ ਰਹੀਆਂ। ਪ੍ਰੈਕਟੀਕਲੀ ਗਰਾਊਂਡ ਤੇ ਆ ਕੇ ਦੇਖਾਂਗੇ ਤਾਂ ਜਾ ਕੇ ਪਤਾ ਕਰ ਲਓ ਵੀ ਉਹਦੇ ਵਿੱਚੋਂ ਕਿੰਨੇ ਕੁ ਪਰਿਵਾਰਾਂ ਦਾ ਕਰਜ਼ਾ ਮਾਫ ਹੋਇਆ, ਤੇ ਜੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਦੇਖਾਂਗੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਦਾ ਐਵੇਂ ਦਾ ਕਰਜ਼ਾ ਮਾਫ ਨਹੀਂ ਹੋਇਆ। ਲੋਕਾਂ ਦਾ ਕਰਜ਼ਾ ਹੈਗਾ ਜਿਹੜਾ ਸਿਰ ਖੜਾ ਹੈਗਾ, ਸਰਕਾਰ ਨੇ ਕਦੇ ਕੁਝ ਵੀ ਨਹੀਂ ਦਿੱਤਾ ਹੈਗਾ। 20 ਸਾਲ ਹੋ ਗਏ ਇੱਥੇ ਫਾਈਲਾਂ ਲਾਉਂਦਿਆਂ ਨੂੰ। ਮੈਂ 19 ਵਾਰੀ ਫਾਈਲ ਲਾ ਚੁੱਕੀ ਹੈਗੀ। ਜਦੋਂ ਆਉਂਦੇ ਆ ਡੀਸੀ ਦੇ ਮੰਗ ਪੱਤਰ ਦੇ ਜਾਂਦੇ ਪਟਵਾਰੀ ਖੁਦਕੁਸ਼ੀ ਹੋਣ ਤੋਂ ਬਾਅਦ ਸਾਰੇ ਫਾਈਲ ਉਹ ਤਿਆਰ ਕਰੂਗਾ ਪਰਿਵਾਰ ਦੀ, ਪਰ ਮਾਲ ਮਹਿਕਮੇ ਦਾ ਪਟਵਾਰੀ ਉਸ ਘਰ ਤੱਕ ਪਹੁੰਚਦਾ ਹੀ ਨਹੀਂ। ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਹਰ ਦਿਨ ਜਿਹੜੀ ਖੁਦਕੁਸ਼ੀ ਸਾਹਮਣੇ ਆਉਂਦੀ ਆ। ਲੰਬੇ ਸਮੇਂ ਤੋਂ ਇਹੀ ਸਿਸਟਮ ਚੱਲ ਰਿਹਾ ਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਚਿਰਾਗ ਬੁਝਦਾ ਨਜ਼ਰ ਆਉਂਦਾ ਗਾ, ਤੇ ਜਿਹੜੀ ਉਹਨਾਂ ਦੇ ਬੁਝਣ ਦਾ ਜ਼ਿਆਦਾਤਰ ਕਾਰਨ ਆ ਤਾਂ ਉਹ ਹੈ ਖੁਦਕੁਸ਼ੀ ਕਰਨ ਦਾ ਕਾਰਨ, ਜੋ ਉਹ ਹੈ ਕਰਜ਼ਾ। ਕਰਜ਼ੇ ਨੂੰ ਹਰੇਕ ਸਰਕਾਰਾਂ ਵੱਲੋਂ, ਚਾਹੇ ਕੋਈ ਵੀ ਸਰਕਾਰ ਆਉਂਦੀ ਹੈ, ਕਿਹਾ ਜਾਂਦਾ ਅਸੀਂ ਜਲਦ ਤੋਂ ਜਲਦ ਖਤਮ ਕਰ ਦਾਂਗੇ, ਗਰੀਬਾਂ ਨੂੰ ਚੰਗੀ ਰੋਟੀ ਦੇਣ ਲੱਗ ਜਾਵਾਂਗੇ, ਪਰ ਕਦੇ ਵੀ ਇਹ ਖੁਦਕੁਸ਼ੀਆਂ ਰੁਕ ਨਹੀਂ ਸਕੀਆਂ। ਹਾਲਾਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਖੁਦਕੁਸ਼ੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ। ਕਾਂਗਰਸ ਸਰਕਾਰ ਵੀ ਜਦ ਸੱਤਾ 'ਚ ਆਈ ਆ ਤਾਂ ਉਹਨਾਂ ਨੇ ਕਿਹਾ ਸੀ ਕਰਜ਼ਾ ਕੁਰਕੀ ਅਸੀਂ ਬਿਲਕੁਲ ਖਤਮ ਕਰ ਦਾਂਗੇ, ਗਰੀਬਾਂ ਨੂੰ ਰੋਟੀ ਦੇਵਾਂਗੇ, ਨੌਕਰੀਆਂ ਦੇਵਾਂਗੇ, ਵੱਡੇ ਵਾਅਦੇ ਕੀਤੇ। ਪਰ ਜੇ ਅੱਜ ਵੀ ਗੱਲ ਕਰੀਏ, ਜਿਹੜਾ ਕਰਜ਼ੇ ਦਾ ਦੈਂਤ ਆ ਉਹ ਦਿਨੋਂ ਦਿਨ ਪਰਿਵਾਰਾਂ ਦੇ ਵਿੱਚ ਜਿਹੜੇ ਆਪਣੇ ਪੈਰ ਪਸਾਰਦਾ ਜਾਂਦਾ ਤੇ ਹਰ ਘਰ ਦਾ ਜਿਹੜਾ ਚਿਰਾਗ ਆ ਉਹ ਖੋਹਦਾ ਜਾਂਦਾ ਗਾ। ਅੱਜ ਸਾਡੇ ਨਾਲ ਸੂਬਾ ਕਨਵੀਨਰ ਕਿਰਨਜੀਤ ਕੌਰ ਨੇਗੇ, ਜੋ ਖੁਦਕੁਸ਼ੀ ਪੀੜਤਾਂ ਤੇ ਜ਼ਿਆਦਾਤਰ ਖੁਦਕੁਸ਼ੀ ਪੀੜਤਾਂ ਤੇ ਗੱਲਬਾਤ ਕਰਦੇ ਆ, ਧਿਆਨ ਰੱਖਦੇ ਆ ਤੇ ਆਵਾਜ਼ ਉਠਾਉਂਦੇ ਆ ਖੁਦਕੁਸ਼ੀ ਪੀੜਤਾਂ ਦੀ। ਉਹਨਾਂ ਨਾਲ ਗੱਲ ਕਰਾਂਗੇ। ਕਿਰਨਜੀਤ, ਕੀ ਕਾਰਨ ਹੋ ਜਾਂਦੇ ਆ ਜਿਹੜਾ ਇੱਕ ਵਿਅਕਤੀ ਆ ਜਿਹਨੂੰ ਮੌਤ ਦਾ ਬਹੁਤ ਵੱਡਾ ਡਰ ਹੁੰਦਾ, ਪਰ ਅੰਤ ਦੇ ਵਿੱਚ ਉਹਨੂੰ ਮੌਤ ਕਰਨ ਦੇ ਲਈ ਮਜਬੂਰ ਹੋਣਾ ਪੈ ਜਾਂਦਾ, ਉਹਨੂੰ ਆਪਣੀ ਜਿਹੜੀ ਜ਼ਿੰਦਗੀ ਆ ਸਮਾਪਤ ਕਰਨੀ ਪੈ ਜਾਂਦੀ ਆ। ਕੁਐਸਚਨ ਬਹੁਤ ਵੱਡਾ, ਗੱਲ ਬਹੁਤ ਵੱਡੀ ਆ, ਪਰ ਉਹਨੂੰ ਫਿਰ ਵੀ ਮਰਨਾ ਪੈਂਦਾ। ਕਾਰਨ ਕੀ ਹੈ? ਦੇਖੋ, ਸਭ ਤੋਂ ਵੱਡਾ ਤਾਂ ਕਰਜ਼ੇ ਦਾ ਕਾਰਨ ਹੈਗਾ ਹੀ ਹੈ, ਪਰ ਇਹ ਵੀ ਨਹੀਂ ਹੈਗਾ ਵੀ ਇਕੱਲਾ ਕਰਜ਼ੇ ਦਾ ਕਾਰਨ ਨਹੀਂ ਹੈ। ਕਰਜ਼ਾ ਇੱਕ ਸੈਕੰਡ ਰੀਜ਼ਨ ਹੋ ਸਕਦਾ ਗਾ, ਕਿਉਂਕਿ ਸਾਡਾ ਜਿਹੜਾ ਕਿਸਾਨ ਹੈ, ਜਿਵੇਂ ਇੱਕ ਪਿੱਛੇ ਜੇ ਸਰ ਛੋਟੂ ਰਾਮ ਦੀ ਇੱਕ ਰਿਪੋਰਟ ਸੀਗੀ, ਉਹਨਾਂ ਨੇ ਲਿਖਿਆ ਸੀ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਕਰਜ਼ੇ 'ਚ ਹੀ ਜੰਮਦਾ ਤੇ ਕਰਜ਼ੇ 'ਚ ਹੀ ਜਿਉਂਦਾ ਤੇ ਕਰਜ਼ੇ 'ਚ ਹੀ ਮਰ ਜਾਂਦਾ ਹੈ। ਕਰਜ਼ਾ ਸਾਡੇ ਤੇ ਉਦੋਂ ਵੀ ਸੀਗਾ, ਪਰ ਜਿਹੜੇ ਹੁਣ ਦਾ ਕਰਜ਼ਾ ਹੈਗਾ, ਜਿਹੜੀ ਹੁਣ ਦੀ ਕੰਡੀਸ਼ਨਸ ਆ ਉਹ ਐਦਾਂ ਦੀ ਕਿਉਂ ਹੋ ਗਈ ਹੈ, ਸਵਾਲ ਉਹ ਸਾਡੇ ਤੇ ਖੜਾ ਹੋ ਜਾਂਦਾ ਹੈ ਕਿ ਉਹ ਕਿਸਾਨ ਜਿਹੜਾ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਹੋ ਗਿਆ। ਜਦੋਂ ਸਾਡੀ ਵੰਡ ਹੁੰਦੀ ਹੈ, ਵੰਡ ਤੋਂ ਬਾਅਦ ਅਸੀਂ 84 ਦੇਖਦੇ, ਉਹ ਸਾਰੇ ਉਹ ਟਾਈਮ ਪੀਰੀਅਡ ਸੀਗਾ ਜਿਹੜਾ ਅਸੀਂ ਆਪਣੇ ਘਰਾਂ ਦੇ ਵਿੱਚ ਚੰਗੀ ਰੋਟੀ ਖਾਂਦੇ ਸੀਗੇ। ਕਰਜ਼ਾ ਹੈਗਾ ਸੀਗਾ ਪਰ ਖੁਦਕੁਸ਼ੀਆਂ ਨਹੀਂ ਸੀਗੀਆਂ। ਪਰ ਜਿਹੜੇ ਉਹਦੇ ਨਾਲ ਇੱਕ ਸਾਡੀ ਸਮਾਜਿਕ ਭਾਈਚਾਰ ਜਿਹੜੀ ਸਾਂਝ ਹੈ ਉਹ ਟੁੱਟ ਗਈ ਹੈ। ਭਾਈਚਾਰ ਜਿਹੜੀ ਸਾਡੀ ਸਾਂਝ ਸੀਗੀ, ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਮਤਲਬ ਮੋਢੇ ਤੇ ਹੱਥ ਰੱਖ ਕੇ ਉਹਨੂੰ ਇੱਕ ਹੌਸਲਾ ਦਿੰਦੇ ਸੀਗੇ, ਕੋਈ ਗੱਲ ਨਹੀਂ ਮੁਸੀਬਤ ਹੈਗੀ, ਅਸੀਂ ਸਾਰੇ ਤੇਰੇ ਨਾਲ ਆ। ਪਰ ਜਿਹੜਾ ਅੱਜ ਦਾ ਮਾਹੌਲ ਹੈਗਾ ਉਹ ਇਹ ਹੈ ਕਿ ਸਾਡੇ ਵਿੱਚ ਆਪਸੀ ਮਤਲਬ ਜਿਹੜੇ ਧੜੇਬਾਜ਼ੀਆਂ ਜ਼ਿਆਦਾ ਬਣ ਗਈਆਂ। ਬੇਸ਼ੱਕ ਉਹ ਪੋਲੀਟੀਕਲ ਪਾਰਟੀਆਂ ਨੇ ਪਾਤੀਆਂ, ਮਤਲਬ ਸਾਡੇ ਪਿੰਡ ਡਿਵਾਈਡ ਕਰਤੇ ਉਹਨਾਂ ਨੇ, ਤੇ ਉਹ ਇੱਕ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਸਾਡੇ ਪਿੰਡ ਵੀ ਡਿਵਾਈਡ ਕਰਤੇ। ਉਹ ਘਰਾਂ ਤੱਕ ਉਹਨਾਂ ਨੇ ਸਾਡੇ ਦੇ ਵਿੱਚ ਫੁੱਟ ਪਾਤੀ। ਮਤਲਬ ਪਿੰਡਾਂ ਦੇ ਵਿੱਚ ਆਮ ਦਿਖਾਈ ਦਿੰਦਾ ਗਾ ਸਾਡਾ ਅਮੀਰੀ ਗਰੀਬੀ ਦਾ ਪਾੜਾ, ਜਾਤ ਪਾਤ ਦਾ ਪਾੜਾ, ਤੇ ਸਕੂਲਾਂ ਦਾ ਵੀ। ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਉਹ ਸਰਕਾਰੀ ਸਕੂਲਾਂ 'ਚ ਹੁੰਦੇ ਆ, ਜਿਹੜੇ ਥੋੜੇ ਮਿਡਲ ਕਲਾਸ ਦੇ ਨੇ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੁੰਦੇ ਆ। ਜਿਹੜਾ ਉਹ ਪਾੜਾ ਹੀ ਪੋਲੀਟੀਕਲ ਪਾਰਟੀਆਂ ਵੱਲੋਂ ਇੱਕ ਵੱਡੇ ਰੂਪ ਦੇ ਵਿੱਚ ਜਿਹੜਾ ਦਿਖਾਈ ਦਿੱਤਾ, ਉਸੇ ਪਾੜੇ ਦੇ ਵਿੱਚੋਂ ਹੀ ਜਦੋਂ ਕੋਈ ਇੱਕ ਦੂਜੇ ਦੀ ਗੱਲ ਭਾਈ ਦੀ ਗੱਲ ਸੁਣਨ ਲਈ ਤਿਆਰ ਨਹੀਂ, ਪਰਿਵਾਰਾਂ ਦੇ ਵਿੱਚ ਗੱਲ ਸੁਣਨ ਲਈ ਤਿਆਰ ਨਹੀਂ, ਫਿਰ ਉਹ ਕਰਜ਼ੇ ਦਾ ਭਾਰ ਹੈ ਉਹ ਬਹੁਤ ਜ਼ਿਆਦਾ ਬੰਦੇ ਨੂੰ ਦੱਬ ਲੈਂਦਾ ਗਾ ਤੇ ਉਹ ਕਰਜ਼ੇ ਦਾ ਦੈਂਤ ਹੀ ਉਹ ਜਿਹੜਾ ਉਹਨਾਂ ਨੂੰ ਨਿਗਲਦਾ ਗਾ। ਇਸ ਲਈ ਜਿਹੜੀਆਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਨੇ, ਬੇਸ਼ੱਕ ਉਹ ਮਜ਼ਦੂਰਾਂ ਦੇ ਵਿੱਚ ਨੇ, ਬੇਸ਼ੱਕ ਉਹ ਕਿਸਾਨਾਂ ਦੇ ਵਿੱਚ ਨੇ, ਉਹ ਲਗਾਤਾਰ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ। ਆਪਾਂ ਗੱਲ ਕਰੀਏ, ਜਿਹੜੀ ਕਾਂਗਰਸ ਸਰਕਾਰ ਸੀ ਇਹ ਸੱਤਾ 'ਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਵੀ ਜਿਹੜਾ ਕਰਜ਼ਾ ਕੁਰਕੀ ਖਤਮ ਕਰ ਦਿੱਤੀ ਜਾਊਗੀ ਤੇ ਜਿਹੜੇ ਲੋਕ ਨੇ ਜ਼ਿਆਦਾਤਰ ਨੌਕਰੀਆਂ ਮਿਲਣੀਆਂ, ਉਹਨਾਂ ਨੂੰ ਰੁਜ਼ਗਾਰ ਮਿਲੂਗਾ, ਵਧੀਆ ਤਰੀਕੇ ਨਾਲ ਉਹ ਜ਼ਿੰਦਗੀ ਬਤੀਤ ਕਰ ਲੈਣਗੇ। ਕਾਂਗਰਸ ਸਰਕਾਰ ਆਈ ਨੂੰ 4 ਸਾਲ ਹੋ ਗਏ। ਕਿਵੇਂ ਲੱਗਦਾ ਤੁਹਾਨੂੰ, ਕੀ ਫਰਕ ਪਿਆ, ਕੀ ਅਸਰ ਪਿਆ ਕੋਈ?
ਦੇਖੋ ਹਰ ਇੱਕ ਸਰਕਾਰ ਸੱਤਾ 'ਚ ਆਉਣ ਦੇ ਲਈ ਕੋਈ ਨਾ ਕੋਈ ਲਾਰਾ ਜਾਂ ਵਾਅਦਾ ਤਾਂ ਕਰਕੇ ਆਉਂਦੀ ਹੈ ਤੇ ਉਹ ਵਾਅਦਾ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਉਹ ਤਾਂ ਬਾਅਦ ਦੇ ਵਿੱਚ ਹੀ ਦੇਖਿਆ ਜਾਂਦਾ ਹੈ। ਤੇ ਸਰਕਾਰ ਦੇ ਜਾਣ ਦਾ ਟਾਈਮ ਵੀ ਆ ਗਿਆ, ਪਰ ਇੰਨੇ ਟਾਈਮ ਦੇ ਵਿੱਚ ਵੀ ਜਿਹੜੀ ਸਰਕਾਰ ਹੈ ਕੋਈ ਵੀ ਵਾਅਦਾ ਜਿਹੜਾ ਉਹ ਪੂਰਾ ਨਹੀਂ ਕਰ ਸਕੀ। ਜੇ ਉਹਨੇ ਕਿਹਾ ਸੀਗਾ ਅਸੀਂ ਸਮੁੱਚਾ ਕਰਜ਼ਾ ਮਾਫ ਕਰ ਦਾਂਗੇ, ਤੇ ਉਹਦੇ ਵਿੱਚ ਜੇ ਤੁਸੀਂ ਪ੍ਰੈਕਟੀਕਲੀ ਗਰਾਊਂਡ ਤੇ ਆ ਕੇ ਦੇਖੋਗੇ ਤਾਂ ਜਾ ਕੇ ਪਤਾ ਕਰ ਲਓ ਵੀ ਉਹਦੇ ਵਿੱਚੋਂ ਕਿੰਨੇ ਕੁ ਪਰਿਵਾਰਾਂ ਦਾ ਕਰਜ਼ਾ ਮਾਫ ਹੋਇਆ। ਤੇ ਜੇ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਦੇਖੋਗੇ ਤਾਂ ਉਹਨਾਂ ਦੇ ਵਿੱਚੋਂ ਕਿਸੇ ਦਾ ਐਵੇਂ ਦਾ ਕਰਜ਼ਾ ਮਾਫ ਨਹੀਂ ਹੋਇਆ। ਹਾਲਾਂਕਿ ਸਰਕਾਰ ਨੇ ਤਾਂ ਕਿਹਾ ਸੀ ਵੀ ਜਿਹੜੇ 5 ਏਕੜ ਤੱਕ ਦੇ ਕਿਸਾਨ ਹੋਣਗੇ ਪਹਿਲਾਂ 2.5 ਏਕੜ ਤੋਂ ਅਸੀਂ ਮਾਫ ਕਰਨਾ ਸ਼ੁਰੂ ਕਰਾਂਗੇ, ਫਿਰ 5 ਏਕੜ ਤੱਕ ਦਾ। ਤੇ ਕਿੰਨੇ ਪਰਿਵਾਰ ਨੇ ਤੇ ਜਿਨ੍ਹਾਂ ਨੂੰ ਅੱਜ ਉਹ ਕੁਰਕੀ ਦੇ ਲਈ ਕਾਗਜ਼ ਆ ਗਏ ਨੇਗੇ ਤੇ ਉਹ ਧਰਨਿਆਂ ਤੇ ਬੈਠੇ ਹੋਏ ਨੇਗੇ। ਐਡੀ ਵੱਡੀ ਮੂਵਮੈਂਟ ਜਿਹੜੀ ਚੱਲ ਰਹੀ ਹੈਗੀ ਉਹ ਇਦੋਂ ਵੀ ਵੱਡਾ ਸਵਾਲ ਹੈ ਕਿ ਜਿਹੜੀਆਂ ਇਹ ਸਰਕਾਰਾਂ ਨੇਗੀਆਂ, ਬੇਸ਼ੱਕ ਉਹ ਪੋਲੀਟੀਕਲ ਪਾਰਟੀਆਂ ਨੇਗੀਆਂ, ਉਹ ਕਿਤੇ ਵੀ ਉਸ ਮੂਵਮੈਂਟ ਦੇ ਵਿੱਚ ਦਿਖਾਈ ਨਹੀਂ ਦਿੱਤੀਆਂ। ਬੇਸ਼ੱਕ ਉਹਨਾਂ ਨੂੰ ਹਾਨੀਸਾਰ ਨੂੰ ਉਹਦਾ ਇੱਕ ਸਮਰਥਨ ਜ਼ਰੂਰ ਕਰਨਾ ਪਿਆਗਾ, ਪਰ ਹੁਣ ਵੀ ਬੇਸ਼ੱਕ ਉਹ ਜਿਵੇਂ ਹੁਣ ਪਿੱਛੇ ਜੇ ਕੇਜਰੀਵਾਲ ਨੇ ਇੱਕ ਬਹੁਤ ਵੱਡੀ ਜਿਹੜੀ ਰੈਲੀ ਕੀਤੀ ਹੈਗੀ ਮਹਾਪੰਚਾਇਤ ਦਾ ਕਹਿ ਲਓ ਹੈ ਨਾ, ਕਿਸਾਨਾਂ ਦੇ ਫੇਵਰ ਦੇ ਵਿੱਚ, ਮਤਲਬ ਉਹ ਇੱਕ ਪੋਲੀਟੀਕਲ ਪਾਰਟੀਆਂ ਇੱਕ ਆਪਣੀ 22 ਦੀ ਤਿਆਰੀ ਕਰਨ ਦੇ ਵਿੱਚ ਇੱਕ ਆਪਣਾ ਨਵਾਂ ਪ੍ਰੋਪੋਗੰਡਾ ਸ਼ੁਰੂ ਕਰ ਰਹੀਆਂ ਨੇਗੀਆਂ। ਇਸ ਲਈ ਜ਼ਰੂਰਤ ਹੈਗੀ ਇਸ ਸਮੇਂ ਜਿਹੜੀ ਉਹ ਅੰਦੋਲਨ ਨੇ ਥੋੜੀ ਜੀ ਸਾਂਝ ਨੂੰ ਨੇੜੇ ਲੈ ਕੇ ਆਂਦਾ, ਦੁਬਾਰਾ ਸਰਵਾਈਵ ਹੋ ਰਹੀ ਆ ਉਹ ਚੀਜ਼ ਕਿ ਇਸ ਅੰਦੋਲਨ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਸਟਰੋਂਗ ਵੀ ਬਣਾਉਣਾ, ਤੇ ਉਹਦੇ ਨਾਲ ਨਾਲ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਾਡੇ ਦੇ ਵਿੱਚ ਪਾੜਾ ਪਾਇਆ ਹੋਇਆਗਾ ਤੇ ਇਹਨੂੰ ਖੁਦਕੁਸ਼ੀਆਂ ਦੇ ਰਾਹ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਨੇਗੇ। ਤੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਉਹ ਵੀ ਉਸੇ ਰਾਹ ਤੇ ਤੁਰੇ ਨੇ। ਲੋਕਡਾਊਨ ਦੇ ਵਿੱਚ ਅਸੀਂ ਜੇ ਦੇਖੀਏ ਤਾਂ 350 ਦੇ ਕਰੀਬ ਜਿਹੜੇ ਕਿੰਨੇ ਨੌਜਵਾਨ ਲੜਕੇ, ਔਰਤਾਂ ਤੇ ਕਿੰਨੇ ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਨੇਗੀਆਂ, ਤੇ ਸਰਕਾਰ ਨੇ ਉਹਨਾਂ ਨੂੰ ਵੀ ਕਿਤੇ ਮਤਲਬ ਉੱਥੇ ਹੀ ਰੋਲਤਾ ਸਿਰਫ ਕਰੋਨਾ ਕੇਸਾਂ ਦੇ ਵਿੱਚ, ਹੈ ਨਾ। ਤੇ ਉਹਦੇ ਵਿੱਚ ਚਿੰਤਾਜਨਕ ਜਿਹੜਾ ਵਿਸ਼ਾ ਉਹ ਇਹ ਹੈ ਕਿ ਜਿਹੜੀਆਂ ਔਰਤਾਂ ਨੇਗੀਆਂ, ਔਰਤਾਂ ਨੇ ਇਹਦੇ ਵਿੱਚ ਖੁਦਕੁਸ਼ੀਆਂ ਦੀ ਜਿਹੜੀ ਦਰ ਆ ਉਹ ਵਧੀ ਹੈ। ਪਹਿਲਾਂ ਔਰਤਾਂ ਖੁਦਕੁਸ਼ੀਆਂ ਦੇ ਰਾਹ ਤੇ ਇੰਨੀਆਂ ਨਹੀਂ ਸੀਗੀਆਂ, ਪਰ ਜਦੋਂ ਅਸੀਂ ਲੋਕਡਾਊਨ ਦੇ ਵਿੱਚ ਦੇਖਿਆ ਹੈ, ਉਹਨੂੰ ਅਸੀਂ ਰਿਪੋਰਟ ਨੂੰ ਜਿਹੜੀ ਸਟੱਡੀ ਕਰਦੇ ਹਾਂ, ਉਹਦੇ ਵਿੱਚ ਔਰਤਾਂ ਦੀਆਂ ਜਿਹੜੀਆਂ ਖੁਦਕੁਸ਼ੀਆਂ ਨੇ ਉਹ ਵਧੀਆਂ ਨੇਗੀਆਂ। ਤੇ ਇਹ ਸਭ ਤੋਂ ਵੱਡਾ ਜਿਹੜਾ ਚਿੰਤਾਜਨਕ ਤੇ ਦੁਖਦਾਈ ਜਿਹੜਾ ਸਾਡੇ ਸਾਹਮਣੇ ਇੱਕ ਕੁਐਸਚਨ ਚਿੰਨ੍ਹ ਲੱਗਿਆ ਹੋਇਆ। ਆਪਾਂ ਗੱਲ ਕਰੀਏ ਤਾਂ ਕਿੰਨੇ ਜਿਹੜੇ ਕੇਸ ਨੇਗੇ, ਆਪਾਂ ਪੰਜਾਬ ਦੀ ਗੱਲ ਕਰੀਏ, ਜ਼ਿਲ੍ਹਿਆਂ ਦੀ ਗੱਲ ਕਰੀਏ, ਕਿੰਨੇ ਕੁ ਕੇਸ ਨੇ ਜਿਹੜੇ ਖੁਦਕੁਸ਼ੀ ਦੇ ਕੇਸ ਇਸ ਸਮੇਂ ਚੱਲ ਰਹੇ? ਦੇਖੋ ਜਿਹੜੇ ਤਾਂ ਸਰਕਾਰ ਨੇ ਖੁਦ ਇਹ ਮੰਨੇ ਹੈਗੇ ਵੀ ਸਰਕਾਰ ਦੇ ਦਾਇਰੇ ਦੇ ਵਿੱਚ ਆਉਂਦੇ ਉਹ 16,606 ਕੇਸ ਆ, ਉਹ 2017 ਤੱਕ ਦੀ ਰਿਪੋਰਟ ਹੈਗੀ ਹੈ ਨਾ। ਤੇ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਸਰਕਾਰ ਦੇ ਦਾਇਰੇ ਦੇ ਵਿੱਚ ਆਉਂਦੇ, ਤੇ ਪਰ ਜਿਹੜੇ ਉਹ ਸਰਕਾਰ ਨੂੰ ਮਤਲਬ ਆਪਣਾ ਪ੍ਰੂਫ ਹੀ ਨਹੀਂ ਕਰ ਪਾਏ ਵੀ ਅਸੀਂ ਖੁਦਕੁਸ਼ੀ ਕੀਤੀ ਹੈਗੀ, ਤਾਂ ਐਵਰੇਜ ਉਹਦੀ ਪੈਂਦੀ ਹੈ ਕਿ ਹਰ ਰੋਜ਼ 3 ਤੋਂ 4 ਖੁਦਕੁਸ਼ੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਨੇਗੀਆਂ। ਸਾਲ ਦੀ ਐਵਰੇਜ 1000 ਦੀ ਪੈਂਦੀ ਹੈ। ਤੇ ਜਿਹੜੀਆਂ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਨੇਗੀਆਂ, ਬੇਸ਼ੱਕ ਉਹ ਬੇਰੁਜ਼ਗਾਰਾਂ ਦੀਆਂ ਨੇ, ਕਿਸਾਨਾਂ ਦੀਆਂ ਨੇ, ਮਜ਼ਦੂਰਾਂ ਦੀਆਂ, ਉਹ ਲਗਾਤਾਰ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ। ਪਰ ਉਹਦੇ ਵਿੱਚ ਹੁਣ ਇੱਕ ਔਰਤਾਂ ਦਾ ਰੁਝਾਨ ਹੈ, ਉਹ ਵੀ ਖੁਦਕੁਸ਼ੀਆਂ ਦਾ ਵੱਧ ਰਿਹਾ। ਕਹਿੰਦੇ ਕੀ ਹੱਲ ਹੋ ਸਕਦਾ ਜਿਹਦੇ ਨਾਲ ਖੁਦਕੁਸ਼ੀਆਂ ਰੁਕ ਸਕਣ? ਕੋਈ ਚੀਜ਼ ਇਹੋ ਜਿਹੀ ਹੈਗੀ ਆ ਜਿਨ੍ਹਾਂ ਨਾਲ ਖੁਦਕੁਸ਼ੀਆਂ ਰੁਕ ਸਕਣ? ਦੇਖੋ ਸਭ ਤੋਂ ਪਹਿਲਾਂ ਤਾਂ ਇਹੀ ਹੈਗਾ ਕਿ ਜਿਹੜੀਆਂ ਸਾਡੀ ਇੱਕ ਤਾਂ ਸਾਂਝ ਹੈ, ਸਾਂਝ ਦਾ ਸਵਾਲ ਹੁੰਦਾ ਗਾ। ਕਰਜ਼ਾ ਨਹੀਂ ਐਡਾ ਉਹ ਹੈਗਾ, ਕਰਜ਼ਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਹੈਗਾ। ਦੂਜੀ ਮੈਨੂੰ ਜਿਹੜੀ ਲੱਗਦੀ ਹੈ, ਜਿਵੇਂ ਸਾਡੀ ਇੱਕ ਜਥੇਬੰਦੀ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਵੱਲੋਂ ਅਸੀਂ ਕੰਮ ਕਰ ਰਹੇ ਹਾਂਗੇ, ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ, ਘਰਾਂ ਦੇ ਵਿੱਚ ਜਾਂਦੇ ਹਾਂ, ਤਾਂ ਸਾਨੂੰ ਉਹ ਪਰਿਵਾਰ ਵੀ ਮਿਲਦੇ ਆ ਜਿਹੜੇ 2-2 ਸਾਲ ਤੋਂ ਜਿਨ੍ਹਾਂ ਦੀ ਕੋਈ ਗੱਲ ਸੁਣਨ ਲਈ ਨਹੀਂ ਆਇਆ, ਹੈ ਨਾ। ਤੇ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਉਹ ਸਿਰਫ 2 ਘੰਟੇ 3 ਘੰਟੇ ਗੱਲ ਕਰਕੇ ਉਹਨਾਂ ਦਾ ਮਨ ਹਲਕਾ ਹੁੰਦਾ ਹੈ ਨਾ। ਤੇ ਪਹਿਲੀ ਤਾਂ ਸਾਨੂੰ ਆਪਣੇ ਤੌਰ ਤੇ ਇਹ ਸਰਕਾਰਾਂ ਨਹੀਂ, ਸ਼ਾਇਦ ਜੇ ਅਸੀਂ ਸਰਕਾਰਾਂ ਦੇ ਦਮ ਤੇ ਬੈਠੇ ਰਹੇ ਤਾਂ ਸ਼ਾਇਦ ਸਾਡਾ ਪੰਜਾਬ ਬਿਲਕੁਲ ਖਾਲੀ ਹੋ ਜਾਣਾ ਹੈ। ਤੇ ਸਾਨੂੰ ਆਪਣੇ ਦਮ ਤੇ ਸਾਰੀਆਂ ਚੀਜ਼ਾਂ ਕਰਨੀਆਂ ਪੈਣਗੀਆਂ ਕਿ ਸਾਨੂੰ ਜਿਹੜੀ ਉਹ ਟੁੱਟ ਹੈ, ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਟੁੱਟੀ ਹੋਈ ਹੈ, ਉਹਨੂੰ ਦੁਬਾਰਾ ਡਿਵੈਲਪ ਕਰਨਾ ਪਊਗਾ, ਉਹਨੂੰ ਮੁੜ ਤੋਂ ਖੜਾ ਕਰੀਏ ਅਸੀਂ। ਤੇ ਦੂਜਾ ਇਹ ਹੈਗਾ ਕਿ ਸਰਕਾਰ ਹੈਗੀ ਜਿਹੜੀ ਉਹ 1 ਟਾਈਮ ਸੈਟਲਮੈਂਟ ਦੇ ਵਿੱਚ ਜਿਹੜਾ ਇਹ ਖੁਦਕੁਸ਼ੀ ਪੀੜਤ ਪਰਿਵਾਰ ਨੇ ਤੇ ਉਹਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਤੇ ਲਕੀਰ ਮਾਰੇ, ਬੇਸ਼ੱਕ ਉਹ ਪ੍ਰਾਈਵੇਟ ਕਰਜ਼ਾ, ਬੇਸ਼ੱਕ ਉਹ ਸਰਕਾਰੀ ਕਰਜ਼ਾ ਹੈ, ਤਾਂ ਕਿ ਉਹ ਪਰਿਵਾਰ ਮੁੜ ਕੇ ਸਰਵਾਈਵ ਕਰ ਸਕਣ, ਤਾਂ ਕਿ ਉਹਨਾਂ ਪਰਿਵਾਰਾਂ ਦੇ ਬੱਚੇ ਜਿਹੜੇ ਇੱਕ ਚੰਗੀ ਸਿੱਖਿਆ ਤੇ ਚੰਗਾ ਥੋੜਾ ਖਾਣਾ ਪੀਣਾ ਤੇ ਆਪਦੀ ਸਿਹਤ ਦਾ ਵੀ ਧਿਆਨ ਰੱਖ ਪਾਉਣ। ਕਿਉਂਕਿ ਉਹਨਾਂ ਪਰਿਵਾਰਾਂ 'ਚ ਜਦੋਂ ਤੁਸੀਂ ਜਾਓਗੇ ਤਾਂ ਹਰ ਇੱਕ ਪਰਿਵਾਰ ਦੇ ਵਿੱਚ ਤੁਹਾਨੂੰ ਕੈਂਸਰ, ਕਾਲੇ ਪੀਲੀਏ, ਐਦਾਂ ਦਾ ਕੋਈ ਨਾ ਕੋਈ ਮਰੀਜ਼ ਮਿਲ ਜਾਂਦਾ ਹੈਗਾ। ਤੇ ਇਸੇ ਲਈ ਸਰਕਾਰ ਜੇ ਪੂਰਾ ਇਹਨਾਂ ਦੇ ਸਾਰੇ ਵਿਕਟਮ ਪਰਿਵਾਰਾਂ ਦਾ ਜਿਹੜਾ ਸਮੁੱਚਾ ਕਰਜ਼ਾ ਉਹ ਮਾਫ ਕਰੇਗੀ, ਤਾਂ ਹੀ ਮੁੜ ਕੇ ਪਰਿਵਾਰ ਜਿਹੜੇ ਸਰਵਾਈਵ ਕਰ ਸਕਦੇ। ਵੀਰਪਾਲ, ਤੁਸੀਂ ਵੀ ਆਏ ਹੋਏ ਹੋ, ਤੁਸੀਂ ਵੀ ਇਹਨਾਂ ਦੇ ਨਾਲ ਤੁਰਦੇ ਹੋ ਫਿਰਦੇ ਹੋ। ਛੋਟੇ ਪਰਿਵਾਰ 'ਚ ਪਹਿਲਾਂ ਕੌਣ ਆ? ਕੀ ਛੋਟੇ ਪਰਿਵਾਰ 'ਚ ਕਿਸੇ ਦੀ ਕੀ ਡੈਥ ਹੋਈ ਸੀ? ਸਾਡੇ ਪਰਿਵਾਰ ਦੇ ਵਿੱਚ 3 ਖੁਦਕੁਸ਼ੀਆਂ ਹੋਈਆਂ ਸੀਗੀਆਂ। ਤੇ ਪਹਿਲਾਂ ਮੇਰੇ ਪਾਪੇ ਦੀ ਹੋਈ, ਫਿਰ ਮੇਰੇ ਘਰਾਂ ਵਾਲੇ ਦੀ ਹੋਈ, ਮੇਰੇ ਸਹੁਰੇ ਦੀ ਹੋਈ। 3 ਜਿਹੜਾ ਨੇ ਖੁਦਕੁਸ਼ੀਆਂ ਕੀਤੀਆਂ, ਇੱਕ ਨੇ ਸਲਫਾਸ ਖਾ ਲਈ ਸੀ, ਇੱਕ ਨੇ ਫਾਹਾ ਲਿਆ ਤੇ ਇੱਕ ਨੇ ਆਪ ਨੂੰ ਅੱਗ ਲਾ ਲਈ ਸੀਗੀ। ਜੇ ਆਪਾਂ ਗੱਲ ਕਰੀਏ, ਜਿਵੇਂ ਛੋਟੇ 3 ਖੁਦਕੁਸ਼ੀਆਂ ਹੋਈਆਂ, ਤਾਂ ਫਿਰ ਉਸ ਤੋਂ ਬਾਅਦ ਘਰ ਆ ਜਿਹੜਾ ਉਹ ਕਿਵੇਂ ਚੱਲਿਆਗਾ? ਕੀ ਹੋਇਆ? ਘਰ ਬਸ ਮਿਹਨਤ ਮਜ਼ਦੂਰੀ ਕਰਕੇ, ਭੁੱਖ ਤੇ ਕੱਟ ਕੇ
ਲੋਕਾਂ ਦਾ ਕਰਜ਼ਾ ਗਾ ਜਿਹੜਾ ਸਿਰ ਖੜਾ ਗਾ, ਸਰਕਾਰ ਨੇ ਕਦੇ ਕੁਝ ਵੀ ਨਹੀਂ ਦਿੱਤਾ ਹੈਗਾ। 20 ਸਾਲ ਹੋ ਗਏ ਇੱਥੇ ਫਾਈਲਾਂ ਲਾਉਂਦਿਆਂ ਨੂੰ। ਮੈਂ 19 ਵਾਰੀ ਫਾਈਲ ਲਾ ਚੁੱਕੀ ਹੈਗੀ। ਜਦੋਂ ਆਉਂਦੇ ਆ ਡੀਸੀ ਦੇ ਮੰਗ ਪੱਤਰ ਦੇ ਜਾਂਦੇ ਹੈਗੇ ਜਾਂ ਐਪਲੀਕੇਸ਼ਨ ਦੇ ਕੇ ਪੁੱਛਦੇ ਆਂਗੇ, ਕਹਿ ਦਿੰਦੇ ਨੇ ਤੁਹਾਡਾ ਕੇਸ ਸਰਕਾਰ ਨੂੰ ਭੇਜੇ ਹੋਏ ਨੇਗੇ। 7/9/2020 ਨੂੰ ਹੁਣ ਕੇਸ ਸਰਕਾਰ ਕੋਲੇ ਭੇਜਿਆ ਹੋਇਆ, ਪਰ ਮਹੀਨੇ ਦੇ ਵਿੱਚ ਜਵਾਬ ਆ ਜਾਂਦਾ ਗਾ। ਹਜੇ ਤੱਕ ਕੋਈ ਜਵਾਬ ਨਹੀਂ ਆਇਆ ਉਹ ਕੇਸ ਦਾ ਵੀ। ਅੱਜ ਵੀ ਅਸੀਂ ਇਸੇ ਗੱਲ ਦੇ ਮਾਰੇ ਇੱਥੇ ਆਏ ਸੀਗੇ, ਮੰਗ ਪੱਤਰ ਦੇਈਏ, ਪੁੱਛੀਏ ਵੀ ਸਾਡੇ ਕੇਸਾਂ ਦਾ ਕੀ ਕੀਤਾ ਗਾ। ਜਵਾਬ ਕਿਉਂ ਨਹੀਂ ਮਿਲਦਾ ਇਹਨਾਂ ਵੱਲੋਂ, ਜਦੋਂ ਤੁਹਾਡੇ ਵੱਲੋਂ ਭਰੇ ਜਾਂਦੇ ਆ ਕਾਗਜ਼ ਪੱਤਰ, ਭੇਜੇ ਜਾਂਦੇ ਆ ਤੇ ਐਕਚੁਅਲ ਦੇ ਵਿੱਚ ਤੁਹਾਡੇ ਪਰਿਵਾਰ ਵੀ ਇਸ ਤਰ੍ਹਾਂ ਦੇ ਆ, ਫਿਰ ਤੁਹਾਡੇ ਬਾਰੇ ਇਹ ਸਰਕਾਰਾਂ ਸੋਚ ਕਿਉਂ ਨਹੀਂ ਰਹੀਆਂ? ਪਤਾ ਹੀ ਨਹੀਂ ਕੀ ਗੱਲ ਹੈਗੀ ਇਹਨਾਂ ਨੂੰ, ਸਾਡੇ ਕਿੰਨੀ ਤਾਂ ਧਿਆਨ ਹੀ ਨਹੀਂ ਦੇ ਰਹੇ ਸਰਕਾਰਾਂ। ਨਾ ਸਾਡੇ ਬੱਚਿਆਂ ਦੀ ਕੋਈ ਪੜ੍ਹਾਈ ਲਿਖਾਈ ਕਰਾ ਰਹੀਆਂ ਨੇ, ਨਾ ਬੱਚਿਆਂ ਨੂੰ ਕੋਈ ਨੌਕਰੀ ਰੁਜ਼ਗਾਰ ਦਿੰਦੀਆਂ ਨੇ। ਵਾਅਦੇ ਕਰਦੇ ਨੇਗੇ ਵੀ ਸਾਡੀ ਸਰਕਾਰ ਆ ਜੂਗੀ, ਅਸੀਂ ਸਰਕਾਰੀ ਨੌਕਰੀਆਂ ਦੇ ਦਿਆਂਗੇ। ਕਿਸੇ ਨੂੰ ਕੋਈ ਸਰਕਾਰੀ ਨੌਕਰੀ ਨਹੀਂ ਦਿੱਤੀ, ਕਿਸੇ ਦਾ ਕਰਜ਼ਾ ਨਹੀਂ ਮਾਫ ਕਰਿਆ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ, ਤੇ ਨਾ ਕਿਸੇ ਨੂੰ ਜਿਹੜਾ 3 ਲੱਖ ਰੁਪਈਆ ਸਹਾਇਤਾ ਬਣਦੀ ਹੈਗੀ ਉਹ ਦਿੱਤਾ ਗਾ। ਮੇਰੇ ਖੁਦ ਦੇ ਪਰਿਵਾਰ ਦੇ ਵਿੱਚ 3 ਖੁਦਕੁਸ਼ੀਆਂ ਹੋਈਆਂ ਨੇ, ਮੈਨੂੰ ਹਜੇ ਤੱਕ ਕੁਝ ਨਹੀਂ ਮਿਲਿਆ ਹੈਗਾ। ਪੂਰੇ 20 ਸਾਲ ਹੋ ਗਏ ਐਪਲੀਕੇਸ਼ਨਾਂ ਲਾਉਂਦਿਆਂ ਨੂੰ। ਪਰਿਵਾਰ ਦਾ ਖਰਚਾ ਫਿਰ ਹੁਣ ਕਿਵੇਂ ਚੱਲਦਾ ਗਾ ਇਸ ਸਮੇਂ ਤੁਹਾਡੇ ਘਰ ਦਾ? ਪਰਿਵਾਰ ਦਾ ਖਰਚਾ ਮੈਂ ਆਂਗਣਵਾੜੀ 'ਚ ਹੈਲਪਰ ਦਾ ਕੰਮ ਕਰਦੀ ਹੈਗੀ। ਬਾਕੀ ਪਿੰਡ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੀ ਹੈਗੀ, ਚੂੜੀਆਂ ਵੇਚ ਕੇ ਆਉਂਦੀ ਹੈਗੀ, ਆਪਦੇ ਬੱਚਿਆਂ ਨੂੰ ਪਾਲਦੀ ਹੈਗੀ। ਸਹਾਇਤਾ ਕਲੱਬ ਵਾਲਿਆਂ ਕਿਨੂੰ ਮੇਰੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਗਾ। ਅੱਜ ਵੀ ਤੁਸੀਂ ਡਿਪਟੀ ਕਮਿਸ਼ਨਰ ਮਾਨਸਾ ਕੋਲੇ ਆਏ ਹੋ, ਮੰਗ ਪੱਤਰ ਦੇਖਿਆ ਜੀ, ਕੀ ਮੰਗ ਪੱਤਰ ਹੈ, ਕੀ ਮੰਗਾਂ ਨੇ? ਮੰਗ ਪੱਤਰ ਦੇ ਵਿੱਚ ਸਭ ਤੋਂ ਪਹਿਲੀ ਮੰਗ ਤਾਂ ਇਹ ਹੈ ਕਿ ਜਿਹੜੀ ਸਰਕਾਰ ਨੇ ਸਰਵੇ ਕਰਾਉਣ ਤੋਂ ਬਾਅਦ 2015 ਦੇ ਵਿੱਚ ਪਾਲਿਸੀ ਬਣਾਈ ਸੀ ਕਿ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ ਉਹ ਪਾਲਿਸੀ ਦੇ ਵਿੱਚ। ਉਸ ਪਾਲਿਸੀ ਦੇ ਬਾਅਦ ਦੇ ਵਿੱਚ ਜੋ ਅਰਜ਼ੀਆਂ ਮਿਲਦੀਆਂ ਨੇ ਇਹਨਾਂ ਨੂੰ, ਉਹ ਅਰਜ਼ੀਆਂ ਦੇ ਉੱਤੇ ਉਹ ਪਾਲਿਸੀ ਦੇ ਅਧੀਨ ਕਾਰਵਾਈ ਨਹੀਂ ਹੁੰਦੀ। ਠੀਕ ਹੈ, ਉਹ ਪਾਲਿਸੀ ਦੇ ਵਿੱਚ ਸਿਰਫ ਪਰਿਵਾਰ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ, ਪਰ ਇਹਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹਦੇ ਕੋਲ FIR ਨਹੀਂ ਜੀ, ਪੋਸਟਮਾਰਟਮ ਨਹੀਂ, ਕਰਜ਼ੇ ਦੇ ਸਬੂਤ ਨਹੀਂ। ਤੇ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਔਰਤ ਜੁਟਾਏਗੀ। ਕਿਹੜੀ ਮਾਂ ਹੋਊਗੀ ਜਿਹਦਾ ਪੁੱਤ ਫਾਹਾ ਲੈ ਕੇ ਮਰ ਗਿਆ, ਉਹ ਕਹੂਗੀ ਕਿ ਪਹਿਲਾਂ ਮੇਰੇ ਪੁੱਤ ਦਾ FIR ਕਰਾਓ, ਪੋਸਟਮਾਰਟਮ ਕਰਾਓ, ਮੈਨੂੰ 3 ਲੱਖ ਚਾਹੀਦਾ। ਪਰ ਫਿਰ ਇੱਥੇ ਸਰਕਾਰ ਇੰਨੀ ਓਬਵੀਅਸਲੀ ਕਿਉਂ ਆ? ਜਦੋਂ ਇੱਕ ਵਿਅਕਤੀ ਦਾ ਘਰ ਦਾ ਇੱਕ ਮੈਂਬਰ ਹੀ ਚੱਲ ਗਿਆ ਤਾਂ ਜਿਹੜੀਆਂ ਕਾਰਵਾਈਆਂ ਸਰਕਾਰ ਦੀਆਂ ਬਣਦੀਆਂ, ਸਰਕਾਰ ਦੇ ਪ੍ਰਸ਼ਾਸਨ ਦੀਆਂ ਬਣਦੀਆਂ, ਖੁਦ ਕਿਉਂ ਨਹੀਂ ਕਰਦੇ? ਪ੍ਰਸ਼ਾਸਨ ਦੇ ਵਿੱਚ ਜੇ ਪਾਲਿਸੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਹਿਲੀ ਗੱਲ ਇਹ ਲਿਖੀ ਗਈ ਹੈ ਕਿ ਮਾਲ ਮਹਿਕਮੇ ਦਾ ਪਟਵਾਰੀ ਖੁਦਕੁਸ਼ੀ ਹੋਣ ਤੋਂ ਬਾਅਦ ਸਾਰੇ ਫਾਈਲ ਉਹ ਤਿਆਰ ਕਰੂਗਾ ਪਰਿਵਾਰ ਦੀ, ਪਰ ਮਾਲ ਮਹਿਕਮੇ ਦਾ ਪਟਵਾਰੀ ਉਸ ਘਰ ਤੱਕ ਪਹੁੰਚਦਾ ਹੀ ਨਹੀਂ। ਤੇ ਦੂਸਰੀ ਗੱਲ ਉਹਦੇ ਵਿੱਚ ਇਹ ਕਹੀ ਗਈ ਕਿ ਖੇਤੀਬਾੜੀ ਜਿਹੜੇ ਅਫਸਰ ਨੇ ਤੇ ਮਾਲ ਮਹਿਕਮੇ ਨੇ ਮਿਲ ਕੇ ਉਸ ਪਰਿਵਾਰ ਨੂੰ ਸੰਕਟ ਚੋਂ ਬਾਹਰ ਕੱਢਣ ਲਈ ਘੱਟੋ ਘੱਟ 1 ਸਾਲ ਦੀ ਖੇਤੀ ਕਰਾਉਣੀ ਹੈ। ਵੱਧ ਤੋਂ ਵੱਧ ਜਿੰਨਾ ਟਾਈਮ ਉਹ ਪਰਿਵਾਰ ਸੰਕਟ ਚੋਂ ਬਾਹਰ ਨਹੀਂ ਨਿਕਲਦਾ, 2 ਸਾਲ 4 ਸਾਲ 5 ਸਾਲ, ਪਰ ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਆਫੀਸਰ ਉਹਨਾਂ ਦੇ ਘਰ ਤੱਕ ਵੀ ਨਹੀਂ ਜਾਂਦਾ। ਤੇ ਤੀਸਰੀ ਗੱਲ ਉਹਦੇ ਵਿੱਚ ਇਹ ਕਹੀ ਗਈ ਹੈ ਕਿ 1 ਮਹੀਨੇ ਦੇ ਅੰਦਰ DC ਅੰਦਰ ਜਿਹੜੀ ਕਮੇਟੀ ਬਣਦੀ ਹੈ ਉਹਨੇ ਉਸ ਕੇਸ ਦਾ ਨਿਪਟਾਰਾ ਕਰਨਾ ਹੈ ਕਿ ਉਹਨੂੰ ਮੁਆਵਜ਼ਾ ਮਿਲਣਾ ਕਿ ਨਹੀਂ ਮਿਲਣਾ। ਤੇ ਫਾਈਲਾਂ ਤੇ ਇੱਥੇ 6-6 ਮਹੀਨੇ ਸਾਲ ਦਫ਼ਤਰ ਤੋਂ ਦਫ਼ਤਰ ਦੂਸਰੇ ਦਫ਼ਤਰ ਤੁਰੀਆਂ ਫਿਰਦੀਆਂ ਰਹਿੰਦੀਆਂ। ਉਹਨਾਂ ਡਿਪਟੀ ਕਮਿਸ਼ਨਰਾਂ ਵੱਲੋਂ ਕੀਤਾ ਜਾਂਦਾ ਇਹ ਕਿ ਬਸ ਇਕੱਲਾ ਕਾਗਜ਼ ਪੱਤਰ ਹੀ ਚੱਲ ਰਹੇ ਆ? ਕਾਗਜ਼ ਪੱਤਰ ਚੱਲਦੇ ਆ, ਪਰ ਇਹਨਾਂ ਜਿਹੜੀ ਮੀਟਿੰਗ ਹੁੰਦੀ ਆ ਉਹ ਮੀਟਿੰਗ ਇਹ ਰੱਖਦੇ ਆ 2 ਮਹੀਨਿਆਂ ਤੋਂ ਜਾਂ 3 ਮਹੀਨਿਆਂ ਤੋਂ ਕਿ ਉੱਥੇ ਜਿਹੜੀਆਂ ਅਰਜ਼ੀਆਂ ਲੱਗਦੀਆਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ, ਪਰ ਜਦੋਂ ਮੀਟਿੰਗ ਦੇ ਵਿੱਚ ਜਿਹੜਾ ਇਹ ਪਾਸ ਕਰਦੇ ਆ ਕੇਸ ਕਿ ਇਹਨੂੰ ਨਿਪਟਾਰਾ ਕਰਦੇ ਆ ਕਿ ਇਹਨੂੰ ਮਿਲਣਾ ਹੈ, ਉਹ ਪਾਲਿਸੀ ਦੇ ਉਲਟ ਜਾ ਕੇ ਕਰਦੇ ਆ। ਉਹਦੇ ਵਿੱਚ ਪਾਲਿਸੀ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਜਿਹਦੇ ਮਰਨ ਵਾਲੇ ਦੇ ਨਾਮ ਕਰਜ਼ਾ ਹੋਵੇ, ਮਰਨ ਵਾਲੇ ਦੇ ਨਾਮ ਜ਼ਮੀਨ ਹੋਣੀ ਚਾਹੀਦੀ ਹੈ, ਜਾਂ ਉਹਦਾ FIR ਹੋਵੇ, ਪੋਸਟਮਾਰਟਮ ਹੋਵੇ। ਬਲਕਿ ਕਮੇਟੀ ਦੇ ਵਿੱਚ ਪਿੰਡ ਦੇ ਸਰਪੰਚ ਇੱਕ ਮੈਂਬਰ ਹੈ, 5 ਮੈਂਬਰੀ ਕਮੇਟੀ ਦੇ ਵਿੱਚ, ਜਿਹਦੇ ਵਿੱਚ DC ਹੁੰਦਾ, SSP ਹੁੰਦਾ, ਜ਼ਿਲ੍ਹਾ ਮੁੱਖ ਸਿਲਵਰ ਸਰਜਨ ਹੁੰਦਾ ਤੇ ਮੁੱਖ ਖੇਤੀਬਾੜੀ ਅਫਸਰ ਹੁੰਦਾ, ਤੇ 5ਵਾਂ ਪਿੰਡ ਦਾ ਸਰਪੰਚ ਹੁੰਦਾ ਪੀੜਤ ਪਰਿਵਾਰ ਵਾਲੇ ਦਾ, ਕਿ ਉਹ ਸਰਪੰਚ ਤੋਂ DC ਨੇ ਪੁੱਛਣਾ ਹੁੰਦਾ ਕਿ ਵਾਕਈ ਇਹ ਖੁਦਕੁਸ਼ੀ ਹੋਈ ਹੈ, ਇਹ ਗੱਲਬਾਤ ਹੈ। ਅਗਰ ਸਰਪੰਚ ਹਾਂ ਕਹਿੰਦਾ ਤਾਂ ਉਹਨੂੰ ਨਿਪਟਾਰੇ ਦੇ ਵਿੱਚ ਪਾਸ ਕਰਨਾ ਕੇਸ ਨੂੰ ਕਿ ਇਹਨੂੰ ਮੁਆਵਜ਼ਾ ਮਿਲਣਾ, ਪਰ ਕਿ ਦੂਸਰੀ ਪੇਪਰ ਦੇ ਕਾਗਜ਼ੀ ਕਾਰਵਾਈ 'ਚ ਉਲਝ ਜਾਂਦੇ ਆ ਕਿ ਜਦ ਕਿ ਇੱਕ ਪਿੱਛੇ ਔਰਤ ਰਹਿ ਜਾਂਦੀ ਹੈ। ਔਰਤ ਬਲਕਿ ਜੋ ਅਨਪੜ੍ਹ ਹੋਵੇ ਇੰਨੇ ਕਾਗਜ਼ ਕਿੱਥੋਂ ਜਟਾਊਗੀ? ਸਾਨੂੰ ਵੀ ਸਾਡੇ ਸਿਸਟਮ ਦਾ ਪਤਾ ਹੈ ਕਿ ਕਿੰਨਾ ਕੁ ਕੰਮ ਹੁੰਦਾ ਸਾਡੇ ਸਿਸਟਮ ਦੇ ਵਿੱਚ, ਕਿਸ ਤਰ੍ਹਾਂ ਕੰਮ ਹੁੰਦਾ। ਪੜ੍ਹੇ ਲਿਖਿਆਂ ਨੂੰ ਰੋਲ ਦਿੰਦੇ ਨੇ ਇੱਥੇ ਸਿਸਟਮ ਦੇ ਵਿੱਚ, ਅਨਪੜ੍ਹ ਬੀਬੀਆਂ ਦਾ ਕੀ ਬਣਦਾ ਹੋਊਗਾ। ਤੇ ਦੂਸਰੀ ਗੱਲ ਇੱਥੇ ਇਹ ਗੱਲ ਹੈ ਕਿ ਜੇ ਕਿਸੇ ਦਾ ਕੇਸ ਪਾਸ ਹੋ ਵੀ ਜਾਂਦਾ ਇੱਥੋਂ, ਤਾਂ ਚੰਡੀਗੜ੍ਹ ਮਾਲ ਮਹਿਕਮੇ ਦੇ ਵਿੱਚ ਕੇਸ ਜਾਂਦੇ ਨੇ ਤੇ ਉੱਥੇ 5 ਮੈਂਬਰੀ ਕਮੇਟੀ ਫਿਰ ਬਹਿੰਦੀ ਹੈ, ਕੇਸਾਂ ਨੂੰ ਡਿਸਕਸ਼ਨ ਕਰਦੀ ਹੈ, ਉੱਥੇ ਜਾ ਕੇ ਫਿਰ ਰਿਜੈਕਸ਼ਨ ਹੋ ਜਾਂਦੇ ਨੇ ਕੇਸ। ਯਾਨੀ ਕਿ ਇਕੱਲੇ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੇ ਆ, ਜਿਹੜੇ ਐਕਚੁਅਲ ਦੇ ਵਿੱਚ ਉਹਨਾਂ ਨੂੰ ਕਿਸੇ ਨੂੰ ਕੋਈ ਪੈਸਾ ਟਕਾ ਨਹੀਂ ਮਿਲਦਾ। ਪੈਸਾ ਟਕਾ ਨਹੀਂ ਮਿਲਦਾ। ਅਗਰ ਜੇ 100 ਕੇਸ ਲੱਗੇ ਆ ਤਾਂ ਉਹਦੇ ਵਿੱਚੋਂ ਘੱਟੋ ਘੱਟ 2 ਜਾਂ 3 ਨੂੰ ਬੜੀ ਮੁਸ਼ਕਲ ਨਾਲ ਮੁਆਵਜ਼ਾ ਮਿਲੂਗਾ। ਉਹ ਵੀ ਕਦੋਂ ਮਿਲੂਗਾ ਉਹ ਵੀ ਕਹਿ ਨਹੀਂ ਸਕਦੇ। ਉਹਦੇ ਵਿੱਚ ਫੌਰੀ 1 ਮਹੀਨੇ ਦੇ ਅੰਦਰ ਰਾਹਤ ਦੇਣ ਦੀ ਗੱਲ ਕੀਤੀ ਗਈ ਹੈ, ਪਰ ਅਸੀਂ ਇਹੀ ਮੰਗ ਕੀਤੀ ਹੈ ਕਿ ਪਾਲਿਸੀ ਦੇ ਅਨੁਸਾਰ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ। ਤੇ ਦੂਸਰਾ ਜਿਹੜੀ ਕੈਪਟਨ ਸਰਕਾਰ ਕਹਿੰਦੀ ਹੈ ਕਿ ਅਸੀਂ ਕਰਜ਼ਾ ਮਾਫੀ ਹੈ, ਪਹਿਲ ਦੇ ਆਧਾਰ ਤੇ ਇਹਨਾਂ ਪਰਿਵਾਰਾਂ ਦੀ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ ਜੋ ਅੱਜ ਤੱਕ ਕਿਸੇ ਵੀ ਪਰਿਵਾਰ ਦੀ ਹੋਈ ਨਹੀਂ ਪੂਰੇ ਪੰਜਾਬ ਦੇ ਵਿੱਚ, ਤਾਂ ਕਿ ਇਹ ਪਰਿਵਾਰ ਮੁੜ ਕੇ ਸਰਵਾਈਵ ਕਰ ਸਕਣ। ਬਿਲਕੁਲ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਇਹਨਾਂ ਨਾਲ ਗੱਲ ਕੀਤੀ ਆ ਤਾਂ ਜਿਹੜੇ ਪਰਿਵਾਰ ਨੇਗੇ ਉਹ ਇਕੱਲੇ ਕਾਗਜ਼ਾਂ ਦੇ ਵਿੱਚ ਹੀ ਜਿਹੜੇ ਚੱਕਰ ਕੱਟਦੇ ਰਹਿ ਜਾਂਦੇ ਆ, ਕਿਉਂਕਿ ਜਿਵੇਂ ਵੀਰ ਨੇ ਦੱਸਿਆਗਾ
100 ਦੇ ਵਿੱਚੋਂ ਕਹਿੰਦੇ 2 ਜਾਂ 3 ਨੂੰ ਹੀ ਕਰਜ਼ਾ ਜਿਹੜਾ ਹੁੰਦਾਗਾ ਉਹਦੇ ਤੇ ਮੁਆਵਜ਼ਾ ਮਿਲਦਾ। ਪਰ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਬਣਦਾ, ਕਿਉਂਕਿ ਜਿਹੜੇ ਪ੍ਰਸ਼ਾਸਨ ਅਧਿਕਾਰੀ ਬਿਠਾਏ ਆ ਜਾਂ ਸਰਕਾਰਾਂ ਬੈਠੀਆਂ ਨੇ, ਸਰਕਾਰਾਂ ਆਈਆਂ ਨੇ, ਸੱਤਾ 'ਚ ਆਉਣ ਵੇਲੇ ਵਾਅਦੇ ਕੀਤੇ ਆ ਉਹ ਉਹਨਾਂ ਦੇ ਪੂਰੇ ਕਰਨੇ ਬਣਦੇ ਆ। ਜਿਸ ਦੇ ਘਰ ਦਾ ਇੱਕ ਪਰਿਵਾਰ ਦਾ ਜਿਹੜਾ ਮੁਖੀ ਚੱਲ ਜਾਂਦਾ, ਉਸ ਪਰਿਵਾਰ ਨੂੰ ਹੀ ਪਤਾ ਕਿਸ ਤਰ੍ਹਾਂ ਦੇ ਉੱਤੇ ਪਹਾੜ ਡਿੱਗੇ ਹੁੰਦੇ ਆ। ਪਰ ਸਰਕਾਰਾਂ ਧਿਆਨ ਦੇਣ, ਉਹਨਾਂ ਦਾ ਕਰਜ਼ਾ ਮਾਫੀ ਕਰਨ, ਤਾਂ ਜੋ ਉਹ ਪਰਿਵਾਰ ਵੀ ਅੱਗੇ ਆਪਣੀ ਜ਼ਿੰਦਗੀ ਹੈ ਜਿਹੜੀ ਬਤੀਤ ਕਰ ਸਕਣ। ਮਨੀਸ਼ ਸ਼ਰਮਾ, ਨਿਰਪੱਖ ਪੋਸਟ, ਮਾਨਸਾ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।